ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨੇਕਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਤੇ। ਰਾਮ ਰਹੀਮ ਦੀ ਸਿਆਸਤ ਤੋਂ ਤੌਬਾ, ਸਿਆਸੀ ਵਿੰਗ ਭੰਗ, ਚੋਣਾਂ ਵਿੱਚ ਕਿਸੇ ਦਾ ਸਾਥ ਨਾ ਦੇਣ ਦਾ ਫੈਸਲਾ। ਭੋਪਾਲ ਗੈਸ ਪੀੜਤਾਂ ਨੂੰ ਨਹੀਂ ਮਿਲੇਗਾ 7800 ਕਰੋੜ ਰੁਪਏ ਦਾ ਵਾਧੂ ਮੁਆਵਜ਼ਾ, ਕੇਂਦਰ ਦੀ ਪਟੀਸ਼ਨ ਖਾਰਿਜ। ਹੌਜ਼ਰੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕਾ ਹੋਣ ਕਰਕੇ ਹਫੜਾ ਦਫੜੀ ਦਾ ਮਾਹੌਲ। ਫਰੀਦਕੋਟ ਅਦਾਲਤ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਦੀ ਅਗਾਊਂ ਜ਼ਮਾਨਤ ਤੇ ਬਹਿਸ ਪੂਰੀ, ਫੈਸਲਾ ਭਲਕੇ। ਤੇ ਅੰਮ੍ਰਿਤਸਰ ਵਿੱਚ ਹੋ ਰਹੇ G20 ਸੰਮੇਲਨ ਦਾ ਸਖਤ ਵਿਰੋਧ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਸਿਆਸਤ ਛੱਡ ਦਿੱਤੀ ਹੈ। ਉਸਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਹੁਣ ਡੇਰੇ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਹੁਣ ਤੱਕ ਇਹ ਸਿਆਸੀ ਵਿੰਗ ਹੀ ਤੈਅ ਕਰਦਾ ਸੀ ਕਿ ਚੋਣਾਂ ਵਿੱਚ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣਾ ਹੈ। ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ 1 ਸਾਲ ਪਹਿਲਾਂ ਹੋਇਆ ਸੀ। 2017 ਚ ਪਹਿਲੀ ਵਾਰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਿਛਲੀਆਂ ਕੁਝ ਚੋਣਾਂ ਚ ਡੇਰਾ ਆਪਣੇ ਪੈਰੋਕਾਰਾਂ ਨੂੰ ਭਾਜਪਾ ਦੇ ਪੱਖ ਵਿੱਚ ਵੋਟ ਪਾਉਣ ਦਾ ਸੰਦੇਸ਼ ਦਿੰਦਾ ਰਿਹਾ ਹੈ। ਹਾਲਾਂਕਿ ਡੇਰੇ ਨੇ ਕਦੇ ਵੀ ਖੁੱਲ੍ਹ ਕੇ ਇਸ ਦਾ ਸਮਰਥਨ ਨਹੀਂ ਕੀਤਾ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭੋਪਾਲ ਗੈਸ ਪੀੜਤਾਂ ਲਈ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਤੋਂ ਵਾਧੂ ਮੁਆਵਜ਼ੇ ਦੀ ਮੰਗ ਕਰਨ ਵਾਲੀ ਕੇਂਦਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਵਕੀਲ ਕਰੁਣਾ ਨੰਦੀ ਨੇ ਦਿੱਤੀ ਹੈ। 2010 ਵਿੱਚ ਇੱਕ ਕਿਊਰੇਟਿਵ ਪਟੀਸ਼ਨ ਰਾਹੀਂ ਕੇਂਦਰ ਨੇ ਡਾਊ ਕੈਮੀਕਲਸ ਨੂੰ 7800 ਕਰੋੜ ਰੁਪਏ ਦਾ ਵਾਧੂ ਮੁਆਵਜ਼ਾ ਲੈਣ ਦੀ ਅਪੀਲ ਕੀਤੀ ਸੀ। ਸਰਕਾਰੀ ਰਿਕਾਰਡ ਅਨੁਸਾਰ 1984 ਵਿੱਚ 2-3 ਦਸੰਬਰ ਦੀ ਰਾਤ ਨੂੰ ਵਾਪਰੇ ਇਸ ਹਾਦਸੇ ਵਿੱਚ 3700 ਲੋਕ ਮਾਰੇ ਗਏ ਸਨ। ਕੇਂਦਰ ਸਰਕਾਰ ਨੇ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਨੂੰ ਖਰੀਦਣ ਵਾਲੀ ਫਰਮ ਡਾਊ ਕੈਮੀਕਲਸ ਤੋਂ ਇਹ ਰਕਮ ਮੰਗੀ ਸੀ। ਗੈਸ ਹਾਦਸੇ ਤੋਂ ਬਾਅਦ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਨੇ ਪੀੜਤਾਂ ਨੂੰ $470 ਮਿਲੀਅਨ यानी कि 715 करोड़ रुपए का मुआवजा दिता सी। आज भोपाल के गैस पीड़ित इस फैसले से हताश हैं और इस फैसले से हताश क्यों हैं? क्योंकि 2011 में जब हमारे सुप्रीम कोर्ट, और ये हमारा ही सुप्रीम कोर्ट है, हमारे सुप्रीम कोर्ट ने जब ये सेटलमेंट देखा और ये अग्रीमेंट देखा तो और उन्हें लगा कि इसको फिर से देखना पड़ेगा, इसको फिर से जांचना पड़ेगा। 11 साल लग गए। 11 साल के बाद अब ये निर्णय आया है कि इसमें यूनियन कार्बाइड के लिए कुछ फाइनलिटी चाहिए, कि यूनियन कार्बाइड के लिए कुछ अंतिम स्टेप होना चाहिए जिसमें सब कुछ ख़त्म कर दिया जाए ताकि उनके खिलाफ कोई प्रोसीडिंग्स ना चलती रहे। लेकिन जस्टिस गैस पीड़ितों के लिए पूरी हुई है कि नहीं? यूनियन कार्बाइड आज तक एब्सकॉन्डिंग है, प्रोक्लेम्ड एब्सकॉन्डिंग है, और फिर भी वो हमारे सुप्रीम कोर्ट के आगे आकर इन्होंने सबमिशंस किए। इस चीज़ से हताश हैं, इस चीज़ से हताश हैं गैस पीड़ित कि उन ज़्यादातर गैस पीड़ितों को 25,000 मिला और फिर 25,000 इंटरेस्ट में 50,000 मिला। बोला जा रहा है कि मोटर व्हीकल एक्सीडेंट्स एक्ट के से 6 गुना ज़्यादा उनको मिला है। लेकिन 50,000, अगर 50,000 को आप पूरे लाइफ टाइम में हर दिन पे डिवाइड करें तो कितना मिलता है? कैसे रहेंगे? आज है ये गैस पीड़ित, कल हो सकते हैं हम और आप, क्योंकि आज अगर यूनियन कार्बाइड के खिलाफ, और ये इतना जाना माना केस है, अगर इनके खिलाफ सिर्फ ये नहीं कहा गया कि क्यूरेटिव ज्यूरिसडिक्शन नहीं बनता, वो अलग बात होती, एक पूरा जजमेंट दिया गया है। अगर ये बोला गया है कि यूनियन कार्बाइड के खिलाफ केस नहीं हो सकता क्योंकि यूनियन कार्बाइड के खिलाफ कोई फाइनलिटी चाहिए, तो फिर कल कोई एनवायरमेंटल डिजास्टर अगर हो, जो हो रहे हैं तब से, तब उनका क्या इंसेंटिव है कि यहाँ पैसे ना बचाए, वहाँ पैसे ना बचाए? सेफ्टी के जो मैकेनिज़म्स हैं वो काट दार दे, कम ना करे। जैसे मैंने बोला, हमारा सुप्रीम कोर्ट है, जजमेंट की रिस्पेक्ट करना बहुत ज़रूरी है, और जजमेंट को पढ़ेंगे और फिर देखेंगे कोई आगे रास्ता निकलता है कि नहीं।
ਲੁਧਿਆਣਾ 'ਚ ਕਪੜਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਇੱਕ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਮੁਤਾਬਿਕ ਕਪੜਾ ਫੈਕਟਰੀ ਤੰਗ ਗਲੀ ਸਥਿਤ ਹੈ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਚਾਅ ਦੇ ਤੌਰ ਤੇ ਫੈਕਟਰੀ ਨੇੜਲੇ ਘਰਾਂ ਨੂੰ ਖਾਲੀ ਕਰਵਾਇਆ ਗਿਆ। ਇਸ ਦੌਰਾਨ 4 ਲੋਕਾਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ। मेरा नाम मनिंदर सिंह, स्टेशन फायर अफसर लुधियाना। सर, जो आग लगी थी अभी क्या स्टेटस है यहाँ? सर, आग का ये स्टेटस है, आग को पूरी तरह अभी काबू पा चुके हैं हम। तो अभी हमें पता लगा था कि वहाँ पे कैजुअल्टी फंसी हुई है, तो अभी चेक किया, 4 कैजुअल्टी निकाल ली जा चुकी है और की सर्च चल रही है। सर, अभी क्या उनका कैसी सेहत है उनकी? है अभी ठीक है, हॉस्पिटल भेज दिए गए, बाकी डॉक्टर बताएंगे। सर, उनकी हालत किस तरीके देखने तो ठीक लगती पे जी, बाकी हॉस्पिटल भेज दिते गए ना, बाकी उन्होंने ट्रीटमेंट सर, इमारत में कितनी मंजिल से इमारत थी आग लगी? ये ग्राउंड +3 के आसपास है जी। तो अभी कब लगी, आपको कैसे पता चला सर? ये 1:30 बजे के आसपास हमें इत्तला मिली थी, तो उसके बाद तुरंत हमने स्पॉट पर पहुंच के आग बुझाने का काम शुरू कर दिया था। तो किस चीज़ का सर ये काम करते थे? सर, ये हौजरी का कपड़े की फैक्ट्री है। तो अभी कोई अंदर वोट तो नहीं बंद हो सकते कुछ अभी ऐसा? सर, सर्च ऑपरेशन जारी है। फिलहाल बाकियों का अभी कुछ कार्रवाई करेंगे आप फैक्ट्री वालों पर कुछ? सर, जो भी बनती कार्रवाई करी जाएगी। थैंक यू सर। ਕੋਟਕਪੂਰਾ ਗੋਲੀकांड ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜ਼ੀ ਤੇ ਕਰੀਬ 2.5 ਘੰਟੇ ਤੱਕ ਬਹਿਸ ਚੱਲੀ। ਉੱਥੇ ਫਰੀਦਕੋਟ ਅਦਾਲਤ ਵੱਲੋਂ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ, ਇਸ ਲਈ ਕੱਲ ਤੱਕ ਦਾ ਸਮਾਂ ਰੱਖਿਆ ਗਿਆ ਹੈ। ਦੱਸ ਦੇਈਏ ਕਿ ਸਿੱਟ ਵੱਲੋਂ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰਨ ਤੋਂ ਬਾਅਦ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਵਿਅਕਤੀਆਂ ਨੂੰ ਸੰਮਨ ਭੇਜੇ ਸਨ, ਜਿਸ ਤੇ ਬਾਦਲ ਪਰਿਵਾਰ ਵੱਲੋਂ 9 ਮਾਰਚ ਨੂੰ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਦੇਖੋ, ਅੱਜ ਜਿਹੜੀ ਬੇਲ ਲੱਗੀ ਸੀ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਬੇਲ ਲੱਗੀ ਸੀ ਤੇ ਉਹਨਾਂ ਦੀ ਜਿਹੜੀ ਜ਼ਿਆਦਾਤਰ ਉਹਨਾਂ ਦੀ ਬਹਿਸ ਇਸੇ ਪੁਆਇੰਟ ਤੇ ਸੀ ਕਿ ਇੱਕ ਸਾਜ਼ਿਸ਼ ਤਹਿਤ ਹੈ, ਸਿਆਸੀ ਜਿਹੜਾ ਇਹ ਕੇਸ ਹੈ। ਤਾਂ ਸਾਡੀ ਬਹਿਸ ਇਹ ਸੀ ਕਿ ਇਹ ਸਿਆਸੀ ਕੇਸ ਨਹੀਂ। ਉਹਨਾਂ ਨੇ ਕਿਹਾ ਸੀ ਕਿ ਇੱਕ CM ਨੇ ਟਵੀਟ ਕੀਤਾ ਤੇ ਸਪੀਕਰ ਨੇ ਟਵੀਟ ਕੀਤਾ ਕਿ ਜਲਦੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਓ। ਤਾਂ ਸਾਡੀ ਇਹ ਬਹਿਸ ਸੀ ਕਿ ਇਹ ਦੋਸ਼ੀ ਕਿਹਾ, ਉਹਨਾਂ ਨੇ ਨਾਂ ਨਹੀਂ ਲਿਆ। ਜੇ ਅਗਰ ਨਾਂ ਵੀ ਲਿਆ ਹੁੰਦਾ ਤਾਂ ਉਸ 'ਚ ਵੀ ਕੀ ਗੁਨਾਹ ਸੀ, ਕਿਉਂਕਿ 1984 ਦੇ ਵਿੱਚ ਇਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਰੀ ਸੱਜਣ ਕੁਮਾਰ ਦਾ ਨਾਂ ਲੈ ਲੈ ਕੇ ਇਹਨਾਂ ਨੇ 30 ਸਾਲ ਬਾਅਦ ਉਸ ਦੋਸ਼ੀ ਦਾ ਨਾਂ ਪਾਇਆ ਸੀ। ਸੋ ਕੋਈ ਸਿਆਸੀ ਰੰਗਤ ਨਹੀਂ ਇਸ ਕੇਸ ਦੇ ਅੰਦਰ। 2 ਮਰਡਰ ਹੋਏ ਨੇ, ਕੋਟਕਪੂਰੇ ਗੋਲੀ ਚੱਲੀ ਹੈ, ਉਹ ਇਹਨਾਂ ਦੇ ਕਹਿਣ ਤੇ ਚੱਲੀ ਹੈ। ਸੋ ਸਾਡੀ ਤਾਂ ਇਹੀ ਕੋਰਟ ਅੱਗੇ ਰਿਕੁਐਸਟ ਸੀ। ਅੱਜ ਕੀ ਫੈਸਲਾ? ਦੇਖੋ, ਜਿਹੜੇ ਆਰਡਰ ਰੱਖਿਆ ਜੱਜ ਸਾਹਿਬ ਨੇ ਉਹ ਕੱਲ੍ਹ ਤੇ ਰੱਖਿਆ ਹੈ। ਅੱਜ ਜਿਹੜੀ ਬਹਿਸ ਕੰਪਲੀਟ ਹੋ ਚੁੱਕੀ ਹੈ। ਅੰਮ੍ਰਿਤਸਰ ਵਿੱਚ ਹੋ ਰਹੇ G20 ਸੰਮੇਲਨ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਰੇੜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਮਲਸੀਆਂ ਰੋਡ ਸ਼ਾਹਕੋਟ ਵਿਖੇ ਪੁਲਿਸ ਸਟੇਸ਼ਨ ਦੇ ਸਾਹਮਣੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਬਰਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਸਾਡੀ ਕਿਰਤ ਅਤੇ ਸਿੱਖਿਆ ਤੇ ਕਬਜ਼ਾ ਕਰਵਾਉਣ ਦੀ ਤਿਆਰੀ ਵਿੱਚ ਹੈ ਅਤੇ ਜਿਹੜਾ ਅੰਮ੍ਰਿਤਸਰ ਵਿੱਚ G20 ਸੰਮੇਲਨ ਹੋ ਰਿਹਾ ਉਹ ਇਸ ਵੱਲ ਹੀ ਪੁੱਟਿਆ ਜਾ ਰਿਹਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਉਹੀ ਦੇਸ਼ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਨੇ MSP ਦਾ ਕਾਨੂੰਨ ਅਜੇ ਤੱਕ ਨਹੀਂ ਬਣਨ ਦਿੱਤਾ। ਇਹ ਦੇਸ਼ ਸੰਸਾਰ ਬੈਂਕ ਦੀਆਂ ਨੀਤੀਆਂ ਤਹਿਤ ਕੰਮ ਕਰਦੇ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰ ਨੂੰ ਮਨਰੇਗਾ ਯੋਜਨਾ ਤਹਿਤ 365 ਦਿਨ ਰੋਜ਼ਗਾਰ ਦਿੱਤਾ ਜਾਵੇ ਅਤੇ ਮਜ਼ਦੂਰ ਦੀ ਦਿਹਾੜੀ ਘੱਟ ਤੋਂ ਘੱਟ 800 ਰੁਪਏ ਕੀਤੀ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ G20 ਦੇਸ਼ਾਂ ਦੀ ਜਿਹੜੀ ਮੀਟਿੰਗ ਹੋ ਰਹੀ ਆ ਅੰਮ੍ਰਿਤਸਰ ਦੇ ਵਿੱਚ, ਉਹਦਾ ਵਿਰੋਧ ਕਰਦਿਆਂ ਪੰਜਾਬ ਭਰ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ। ਉਸੇ ਕੜੀ ਤਹਿਤ ਜ਼ਿਲ੍ਹਾ ਜਲੰਧਰ ਦੇ ਜਾਂਬਾਜ਼ ਆਗੂਆਂ ਨੇ ਆਪਣਾ ਸ਼ਾਹਕੋਟ ਚੌਂਕ ਦੇ ਵਿੱਚ ਪੁਤਲਾ ਫੂਕ ਕੇ ਇਸ ਗੱਲ ਨੂੰ ਪੱਕਿਆ ਕੀਤਾ ਵਾ ਵੀ ਸਾਡੀ ਕਿਰਤ ਤੇ ਸਿੱਖਿਆ ਜਿਹੜੀ ਆ ਇਹਦੇ ਤੇ ਪ੍ਰਾਈਵੇਟ ਲੋਕਾਂ ਦਾ ਕਬਜ਼ਾ ਕਰਾਉਣ ਦੀ ਕੇਂਦਰ ਤੇ ਪੰਜਾਬ ਸਰਕਾਰ ਦੀ ਤਿਆਰੀ ਆ। ਸੋ ਇਹ WTO ਦੀਆਂ ਨੀਤੀਆਂ ਨੂੰ ਜਿਹੜਾ ਲਾਗੂ ਕਰ ਰਿਹਾ, ਮੁਦਰਾ ਕੋਸ਼ ਫੰਡ ਦੀਆਂ ਨੀਤੀਆਂ ਨੂੰ ਲਾਗੂ ਕਰ ਰਿਹਾ, ਵਿਸ਼ਵ ਵਪਾਰ ਸੰਸਥਾ ਦੇ ਕਹਿਣ ਅਨੁਸਾਰ ਚੱਲਦੇ ਆ। ਉਹ ਦੇਸ਼ ਤੇ ਮੀਟਿੰਗ ਕਰ ਰਿਹਾ ਜਿਨ੍ਹਾਂ ਨੇ MSP ਦਾ ਕਾਨੂੰਨ ਅਜੇ ਤੱਕ ਨਹੀਂ ਬਣ ਦਿੱਤਾ। ਇਹ ਭਾਰਤ ਦੇ ਮੋਦੀ ਜੀ ਜਾ ਕੇ ਕਹਿੰਦੇ ਆ ਕਿ MSP ਸਿਰਫ 10% ਲੋਕਾਂ ਨੂੰ ਦਿੰਦੇ ਆ, 90% ਇਹ ਤੋਂ ਵਾਂਝੇ ਕੀਤੇ ਆ। ਅਸੀਂ ਕਹਿਣਾ ਚਾਹੁੰਦੇ ਆ ਵੀ ਇਹ 100% ਜਿਹੜੀ MSP ਜਾਰੀ ਕੀਤੀ ਜਾਵੇ ਔਰ ਸਾਡੇ ਮਜ਼ਦੂਰ ਨੂੰ ਮਨਰੇਗਾ ਤਹਿਤ ਪੂਰਾ ਸਾਲ ਕੰਮ ਔਰ PM ਦੀ ਤਨਖਾਹ ਮੁਤਾਬਕ ਲਗਭਗ 800 ਰੁਪਇਆ ਦਿਹਾੜੀ ਦਿੱਤੀ ਜਾਵੇ। ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਥੇਬੰਦਾਂ ਨਾਲ ਲਾਣਾ ਬਾਣਾ ਇਕੱਠਾ ਕਰਕੇ ਇਹ ਸੰਘਰਸ਼ ਨੂੰ
ਵੱਡੀ ਪੱਧਰ ਦੇ ਉੱਤੇ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਦਿੱਲੀ ਵਿੱਚ ਅੱਜ ਸਾਂਝੀ ਬੋਧੀ ਵਿਰਾਸਤ ਬਾਰੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਦੇਸ਼ਾਂ ਨਾਲ ਭਾਰਤ ਦੇ ਪੁਰਾਤਨ ਇਤਿਹਾਸਿਕ ਸਬੰਧਾਂ ਤੇ ਚਰਚਾ ਕੀਤੀ ਗਈ। ਕਾਨਫਰੰਸ ਦਾ ਉਦੇਸ਼ ਸ਼ੰਘਾਈ ਸਹਿਯੋਗ ਸੰਗਠਨ ਦੇ ਦੇਸ਼ਾਂ ਵਿੱਚ ਬੋਧੀ ਕਲਾ, ਸੱਭਿਆਚਾਰ ਅਤੇ ਪੁਰਾਤਤਵ ਵਿਰਾਸਤ ਵਿੱਚ ਸਮਾਨਤਾਵਾਂ ਦੀ ਪੜਚੋਲ ਕਰਨਾ ਹੈ। ਭਾਰਤ ਸ਼ੰਘਾਈ ਸਹਿਯੋਗ ਸੰਗਠਨ ਦੀ ਪ੍ਰਧਾਨਗੀ ਕਰਦਾ ਹੋਇਆ ਆਪਣੇ ਮੈਂਬਰ ਦੇਸ਼ਾਂ ਨੂੰ ਬੋਧੀ ਵਿਰਾਸਤ ਦੇ ਧਾਗੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਵਿੱਚ ਜਨਮੇ ਬੁੱਧ ਧਰਮ ਦਾ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵੈਸੇ ਤਾਂ ਵਿਸਥਾਰ ਹੋਇਆ, ਪਰ ਚੀਨ, ਰੂਸ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਬੋਧੀ ਸਾਹਿਤ ਅਤੇ ਪੁਰਾਤਤਵ ਅਵਸ਼ੇਸ਼ ਮੌਜੂਦ ਹਨ। ਇਹ ਕਾਨਫਰੰਸ ਬੋਧੀ ਸੱਭਿਆਚਾਰਕ ਵਿਰਾਸਤ ਨੂੰ ਇਨ੍ਹਾਂ ਸਾਰੇ ਦੇਸ਼ਾਂ ਵਿੱਚ ਸੰਪਰਕ ਦੇ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਕ ਹੋ ਸਕਦੀ ਹੈ। आज भारत एक तरफ एससीओ कंट्रीज का, दूसरा तरफ G20 कंट्रीज का नेतृत्व कर रहे। मेरा पूरा विश्वास है आने वाले दिन में भारत का जो बुद्ध भगवान का मैसेज है, और नॉट ओनली बुद्धिस्ट कंट्रीज, एंटायर वर्ल्ड विल टेक पॉजिटिव रिसीव द Lord Buddha's message. And in this year, in this first time of its kind, पहली बार बुद्धिस्ट एससीओ कंट्रीज का डेलीगेट्स के साथ दिल्ली में पहला मीटिंग हो रहा है। ये शुरुआत है। आने वाले दिन में एससीओ कंट्रीज का मीटिंग अलग अलग देशों में करना चाहिए। वो भी प्रपोजल भारत सरकार के द्वारा हमारे अधिकारी सब देशों के सामने लगाएंगे। वैसा ही G20 कंट्रीज में भी अलग अलग इश्यूज पर चर्चा हो रही, उसमें एक बुद्धिज्म के ऊपर भी चर्चा होगा। मेरा पूरा विश्वास है भगवान जो बुद्ध भारत से सारी दुनिया को जो संदेश दिया है, जो बुद्धिज्म का संदेश, वो संदेश कल भी था, आज भी है और भविष्य में रहेगा। और भारत का जो धरती से जो संदेश गए हैं, इसको करोड़ों करोड़ों लोग, विदेशी लोग भी उनको मानते हैं। उसके संदेश के आधार पर आगे बढ़ते रहते हैं, उसके संदेश को पॉजिटिवली स्वीकार करते हैं। India and China, they celebrate a huge and a historic history. This is what makes India and China more close to each other. And this time in this conference, it is a huge message of India and China coming together in all aspects, whether it's culturally, whether it's peaceful. So they'll be moving ahead this cultural and peaceful heritage further. 我们共同来推动我们的经。 कि ये जो एससीओ एक इंटरनेशनल बॉडी है, और उस बॉडी के अंदर 8 देश हैं। भारत है, चीन है, रशिया है, ऐसे करके 8 उसके मेंबर देश हैं। कजाकिस्तान, किर्गिस्तान, ताजिकिस्तान, ऐसे हम सब 8 देश हैं। पाकिस्तान। जब हम इस रास्ते को नापते हैं, जब इस रास्ते पर हम चलते हैं कि आप मान लीजिए कुशीनगर से निकलिए या सारनाथ से निकलिए या भारत के किसी भी ऐसे क्षेत्र से जहां पर बौद्ध धर्म के या भगवान बुद्ध के पद चिन्ह हैं, आप वहां से निकलकर इस तरफ जब जाएंगे उत्तर की तरफ और उत्तर से बाहर की तरफ जाएंगे, तो इन तमाम जगहों पर आपको मॉनेस्ट्रीज मिलेंगी, आपको मंदिर मिलेंगे, आपको स्तूप मिलेंगे और विभिन्न प्रकार के भगवान बुद्ध से जुड़े हुए और बुद्धिज्म से जुड़े हुए इतिहास के कई सारी हेरिटेज साइट्स मिलेंगी। तो देखा जाए तो इसको मेरे हिसाब से लोगों ने कई नाम दिए, लेकिन मेरे अनुसार इसको यूरेशियन ट्रेड रूट कहा जा सकता है, जहां पर बहुत सारे व्यापारी व्यापार किया करते थे भारत से, और वो व्यापारी ही तक्षशिला को फंड भी किया करते थे, जो दुनिया की पहली यूनिवर्सिटी थी। और अशोक जैसे सम्राट ने इस रास्ते के माध्यम से इस क्षेत्र में तथा ईरान और अन्य क्षेत्र में बौद्ध धर्म को फैलाया और वो हमारी एक पहचान बना।
ਆਪਣੇ ਪੁੱਤ ਦੀ ਮੌਤ ਦਾ ਇਨਸਾਫ ਨਾ ਮਿਲਣ ਤੇ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਉਹ ਜਲਦੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਵਾ ਸਕਦੇ ਹਨ। ਵਕਾਲਤਨਾਮੇ ਤੇ ਦਸਤਖਤ ਕਰਵਾਉਣ ਲਈ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਹਾਈ ਕੋਰਟ ਦੇ ਵਕੀਲ ਕੋਲ ਪਹੁੰਚੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਇੱਕ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕਰਨਾ ਚਾਹੁੰਦੇ ਹਨ। ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਲਈ ਵਿੱਢੀ ਫੈਸਲਾਕੁਨ ਜੰਗ 9ਵੇਂ ਮਹੀਨੇ 'ਚ ਦਾਖਲ ਹੋ ਗਈ ਹੈ। ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 962 ਵਪਾਰਕ ਮਾਮਲਿਆਂ ਸਮੇਤ 8458 FIRs ਦਰਜ ਕਰਕੇ 1628 ਵੱਡੀਆਂ ਮੱਛੀਆਂ ਸਮੇਤ 11360 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ ਪੁਲਿਸ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਅਤੇ ਸੰਵੇਦਨਸ਼ੀਲ ਰੂਟਾਂ ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 612.78 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਦੁਆਰਾ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ 8 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 760.28 ਕਿਲੋ ਹੋ ਗਈ ਹੈ। ਪਿਛਲੇ 8 ਮਹੀਨੇ ਦੇ ਵਿੱਚ 8458 FIR ਦਰਜ ਹੋਈਆਂ NDPS ਐਕਟ ਦੇ ਤਹਿਤ 11360 ਜਿਹੜੇ ਆ ਉਹ ਸਮਗਲਰ ਜਿਹੜੇ ਅਰੈਸਟ ਕੀਤੇ ਆ। ਇਹਦੇ ਵਿੱਚ 962 ਕੇਸ ਜਿਹੜੇ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਆ, ਜਿਹਦੇ 'ਚ 1628 ਵੱਡੇ ਸਮਗਲਰ ਜਿਹੜੇ ਉਹ ਅਰੈਸਟ ਕੀਤੇ ਗਏ ਆ। ਮੀਡੀਅਮ ਕੁਆਂਟੀਟੀ ਦੇ 6383 ਕੇਸਿਸ ਆ, ਸਮਾਲ ਕੁਆਂਟੀਟੀ ਦੇ 1126 ਕੇਸਿਸ ਆ। FIR ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਧ FIR ਜਿਹੜੀਆਂ ਨੇ ਫਿਰੋਜ਼ਪੁਰ 'ਚ ਦਰਜ ਹੋਈਆਂ 633, 604 ਫਿਰੋਜ਼ਪੁਰ 'ਚ 633, 604 FIR ਕਮਿਸ਼ਨਰੇਟ ਅੰਮ੍ਰਿਤਸਰ 'ਚ ਦਰਜ ਹੋਈਆਂ, 513 FIR ਜਿਹੜੀਆਂ ਨੇ ਉਹ ਪਟਿਆਲਾ 'ਚ ਦਰਜ ਹੋਈਆਂ। ਕਮਰਸ਼ੀਅਲ ਕੁਆਂਟੀਟੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕਮਰਸ਼ੀਅਲ ਕੁਆਂਟੀਟੀ ਦੀਆਂ FIR ਪਟਿਆਲੇ 'ਚ 85 ਦਰਜ ਹੋਈਆਂ, ਲੁਧਿਆਣਾ ਕਮਿਸ਼ਨਰੇਟ ਦੇ ਵਿੱਚ 57 ਤੇ STF ਜਿਹੜਾ ਪੁਲਿਸ ਸਟੇਸ਼ਨ ਹੈ SCS ਨਗਰ ਦੇ ਵਿੱਚ 57 FIR ਉੱਥੇ ਦਰਜ ਹੋਈਆਂ। ਮੀਡੀਅਮ ਕੁਆਂਟੀਟੀ ਦੀਆਂ ਸਭ ਤੋਂ ਵੱਧ ਫਿਰੋਜ਼ਪੁਰ 'ਚ 600, 519 ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਤੇ 379 ਜਿਹੜੀਆਂ ਨੇ ਪਟਿਆਲੇ 'ਚ ਦਰਜ ਹੋਈਆਂ। ਇਸ ਸਮੇਂ ਦੇ ਦੌਰਾਨ ਹੈਰੋਇਨ ਦੀ ਬੜੀ ਭਾਰੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ, ਜਿਹੜੀ ਕਿ 760 ਕਿਲੋ ਹੈਰੋਇਨ ਦੀ ਰਿਕਵਰੀ ਹੋਈ 8 ਮਹੀਨੇ 'ਚ, ਜਿਹਦੇ ਚੋਂ 612 ਕਿਲੋ ਦੇ ਕਰੀਬ ਜਿਹੜੀ ਆ ਉਹ ਪੰਜਾਬ ਦੇ ਅੰਦਰੋਂ ਹੋਈ ਆ। 147.5 ਕਿਲੋ ਦੀ ਜਿਹੜੀ ਰਿਕਵਰੀ ਆ ਉਹ ਮਹਾਰਾਸ਼ਟਰ ਤੇ ਗੁਜਰਾਤ ਪੋਰਟਸ ਤੋਂ ਹੋਈ ਆ, ਜਿਹਦੇ ਵਿੱਚ ਪੰਜਾਬ ਪੁਲਿਸ ਦਾ ਪ੍ਰੋਐਕਟਿਵ ਰੋਲ ਸੀਗਾ। ਪੰਜਾਬ ਪੁਲਿਸ ਨੇ ਹੀ ਉਹ ਜਿਹੜੀ ਇਫੈਕਟਿਵ ਰਿਕਵਰੀ ਕਰਾਈ। OPM ਦੀ 464 ਕਿਲੋ ਦੀ ਰਿਕਵਰੀ ਹੋਈ ਹੈ। ਪੌਪੀ ਹਸਕ ਦੀ 269 ਕੁਇੰਟਲ ਦੀ ਰਿਕਵਰੀ ਹੈ ਇਸ ਪੀਰੀਅਡ ਦੀ। ਚਰਸ ਦੀ 39 ਕਿਲੋ ਦੀ ਰਿਕਵਰੀ ਹੈ। ਗਾਂਜਾ 586 ਕਿਲੋ ਦੀ ਰਿਕਵਰੀ ਹੈ। ਜਿਹੜੇ ਇੰਜੈਕਸ਼ਨ ਟੈਬਲੇਟਸ ਕੈਪਸੂਲਸ ਜਿਹੜੇ ਮੈਡੀਕਲ ਡਰੱਗਸ ਆ ਉਹ 53,73,000 ਔਰ 311 ਜਿਹੜੇ ਨੇ ਯੂਨਿਟਸ ਇਸ ਪੀਰੀਅਡ ਦੇ ਦੌਰਾਨ ਜਿਹੜੇ ਨੇ ਰਿਕਵਰੀ ਕੀਤੀ ਗਈ ਹੈ। ਡਰੱਗ ਮਨੀ ਬਹੁਤ ਭਾਰੀ ਮਾਤਰਾ ਦੇ ਵਿੱਚ 10 ਕਰੋੜ ਤੋਂ ਉੱਪਰ ਦੀ ਜਿਹੜੀ ਆ ਡਰੱਗ ਮਨੀ ਰਿਕਵਰ ਹੋਈ ਹੈ। 2136 ਵਹੀਕਲ ਜਿਹੜੇ ਨੇ ਕਨਫਿਸਕੇਟ ਕੀਤੇ ਗਏ ਆ, ਜਿਹੜੇ ਡਰੱਗਸ ਦੇ ਕੇਸਿਸ 'ਚ ਇਨਵੋਲਵ ਸੀਗੇ। ਔਰ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਗਈ ਸੀ POs ਦੇ ਖਿਲਾਫ, ਉਹਦੇ 'ਚ ਹੁਣ ਤੱਕ 8 ਮਹੀਨੇ 'ਚ 749 ਜਿਹੜੇ POs ਆ NDPS ਐਕਟ ਦੇ ਉਹ POs ਅਰੈਸਟ ਕੀਤੇ ਗਏ ਆ। ਸੋ ਕਾਫੀ ਵੱਡੀ ਮਾਤਰਾ 'ਚ ਇਸੇ ਤਰ੍ਹਾਂ ਹੀ, ਕਿਉਂਕਿ ਵੀਕਲੀ ਮੁਹਿੰਮ ਆਪਣੀ ਜਾਰੀ ਹੈ ਇਹਦੇ ਸੰਬੰਧ 'ਚ। ਸੋ ਇਸ ਵੀਕ ਦੇ ਵਿੱਚ 199 FIR ਦਰਜ ਹੋਈਆਂ। ਇਸ ਵੀਕ 'ਚ 234 ਅਕਿਊਜ਼ਡ ਫੜੇ ਗਏ, 22 ਕਮਰਸ਼ੀਅਲ ਕੁਆਂਟੀਟੀ ਦੀਆਂ FIR ਦਰਜ ਹੋਈਆਂ ਤੇ 27 ਜਿਹੜੇ ਨੇ ਵੱਡੇ ਸਮਗਲਰ ਇਸ ਹਫਤੇ ਦੇ ਦੌਰਾਨ ਫੜੇ ਗਏ। ਇਸ ਹਫਤੇ 'ਚ ਸਭ ਤੋਂ ਵੱਧ ਜਲੰਧਰ ਰੂਰਲ 'ਚ 16 FIR ਦਰਜ ਹੋਈਆਂ, 13 ਪਟਿਆਲਾ 'ਚ ਦਰਜ ਹੋਈਆਂ, 13 ਫਿਰੋਜ਼ਪੁਰ 'ਚ ਦਰਜ ਹੋਈਆਂ। ਕਮਰਸ਼ੀਅਲ ਕੁਆਂਟੀਟੀ ਦੀਆਂ 3 ਗੁਰਦਾਸਪੁਰ 'ਚ, 3 ਪਟਿਆਲਾ 'ਚ, 3 ਸੰਗਰੂਰ 'ਚ FIR ਦਰਜ ਹੋਈਆਂ। ਔਰ ਇਸ ਹਫਤੇ ਦੇ ਦੌਰਾਨ ਜਿਹੜੀ ਆ ਉਹ 7 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ, 10 ਕਿਲੋ OPM ਦੀ ਰਿਕਵਰੀ ਹੋਈ ਹੈ। ਇੰਜੈਕਸ਼ਨ ਟੈਬਲੇਟਸ ਦੀ 59,271 ਜਿਹੜੇ ਨੇ ਰਿਕਵਰ ਕੀਤੇ ਗਏ ਤੇ POs ਅਬਸਕੌਂਡਰ ਜਿਹੜੇ ਨੇ 25 PO ਅਬਸਕੌਂਡਰ ਇਸ ਹਫਤੇ ਦੇ ਵਿੱਚ ਫੜੇ ਗਏ। ਸੋ ਇਹ ਪਿਛਲੇ 8 ਮਹੀਨੇ ਦੇ ਵਿੱਚ ਜਿਹੜੀ ਆ ਸਾਡੀ 3 ਫਰੰਟਸ ਤੇ ਸਪੈਸ਼ਲ ਕੈਂਪੇਨ ਚੱਲ ਰਹੀ ਆ। ਡਰੱਗਸ ਤੇ ਚੱਲ ਰਹੀ ਆ, ਗੈਂਗਸਟਰਸ ਤੇ ਚੱਲ ਰਹੀ ਆ ਔਰ ਟੈਰਰਿਸਟ ਤੇ ਚੱਲ ਰਹੀ ਆ। ਸੋ ਡਰੱਗਸ ਦਾ ਜਿਹੜਾ ਅੱਜ ਦਾ ਮੇਨ ਫੋਕਸ ਜਿਹੜਾ ਆਪਣਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਉਹ ਡਰੱਗਸ ਦਾ ਸੀਗਾ, ਜਿਹਦੇ 'ਚ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈਆਂ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਕੁਝ ਸਪੈਸ਼ਲ ਕੈਂਪੇਨਸ ਚਲਾਈਆਂ ਗਈਆਂ ਪਿਛਲੇ ਦਿਨਾਂ 'ਚ, ਜਿਹਦੇ 'ਚ ਇੱਕ ਸਪੈਸ਼ਲ ਚੈਕਿੰਗ ਜਿਹੜੀ ਆ ਉਹ ਆਰਮਜ਼ ਐਕਟ ਵਾਲੇ ਜਿਹੜੇ ਲੋਕ ਜਿਹੜੇ ਅਕਿਊਜ਼ਡ ਆਰਮਡ ਐਕਟ 'ਚ ਬੁੱਕਡ ਸੀਗੇ, ਜਿਹੜੇ ਬੇਲ ਤੇ ਆਏ ਹੋਏ ਆ, ਉਹਨਾਂ ਦੀ ਇੱਕ ਸਪੈਸ਼ਲ ਚੈਕਿੰਗ ਕੀਤੀ ਗਈ, ਜਿਸ 'ਚ 1340 ਜਿਹੜੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਦੋਸ਼ੀ ਆ, 400 ਪੁਲਿਸ ਟੀਮਾਂ ਬਣਾ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ। ਇਹਦਾ ਮੇਨ ਫੋਕਸ ਸੀਗਾ ਕਿ ਉਹਨਾਂ ਤੇ ਕੌਨਸਟੈਂਟ ਟੈਬ ਰੱਖਣਾ, ਉਹਨਾਂ ਦੇ ਉੱਤੇ ਕੌਨਸਟੈਂਟ ਸਰਵੇਲੈਂਸ ਰੱਖਣੀ ਕਿ ਉਹ ਕਿੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਆ। ਸੋ ਇਹ ਵਾਲੀ ਜਿਹੜੀ ਮੁਹਿੰਮ ਆ, ਜਿੱਦਾਂ ਆਰਮਜ਼ ਐਕਟ ਦੇ ਖਿਲਾਫ, ਡਰੱਗਸ ਦੇ ਖਿਲਾਫ, ਇਹਨਾਂ ਦੀ ਸਰਵੇਲੈਂਸ ਚੈਕਿੰਗ, ਉਹ ਰੈਗੂਲਰ ਇੱਕ ਫੀਚਰ ਆ ਸਾਡਾ। ਇਸੇ ਤਰ੍ਹਾਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀਗਾ, ਜਿਹਨੂੰ ਆਪਰੇਸ਼ਨ ਸੀਲ 2 ਦਾ ਨਾਮ ਦਿੱਤਾ ਸੀਗਾ, ਜਿਹੜਾ ਕਿ ਕਿਉਂਕਿ G20 ਦੀ ਸਮਿਟ ਚੱਲ ਰਹੀ ਆ, ਉਹਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਸਟੇਟ ਦੇ ਵਿੱਚ ਹੋਰ ਪੁਖਤਾ ਕੀਤੇ ਗਏ ਸੀਗੇ। ਸੋ ਇਸ ਮੁਹਿੰਮ ਦੇ ਵਿੱਚ ਜਿਹੜੇ ਸਾਡੇ ਐਂਟਰੀ ਪੁਆਇੰਟਸ ਆ ਤੇ ਐਗਜ਼ਿਟ ਪੁਆਇੰਟਸ ਆ, 10 ਜਿਹੜੇ ਇੰਟਰ ਸਟੇਟ ਬਾਰਡਰ ਡਿਸਟ੍ਰਿਕਟਸ ਆ ਸਾਡੇ, ਉੱਥੇ ਨਾਕੇ ਲਾਏ ਗਏ ਸੀ, ਜਿਹਦੇ ਵਿੱਚ 112 ਨਾਕੇ ਲਾਏ ਗਏ ਸੀਗੇ। ਔਰ ਇਸ ਨਾਕਿਆਂ ਦੇ ਦੌਰਾਨ 5669 ਵਹੀਕਲ ਚੈੱਕ ਕੀਤੇ ਗਏ, ਜਿਹਦੇ 'ਚ 300 ਤੋਂ ਉੱਪਰ ਵਹੀਕਲਸ ਨੂੰ ਚਲਾਨ ਕੀਤਾ ਗਿਆ, 39 ਤੋਂ ਉੱਪਰ ਵਹੀਕਲ ਜਿਹੜੇ ਨੇ ਇੰਪਾਊਂਡ ਕੀਤੇ ਗਏ। ਔਰ ਡਿਊਰਿੰਗ ਸਰਚ ਜਿਹੜਾ ਇਹ ਵਾਲਾ ਜਿਹੜੇ ਆਪਰੇਸ਼ਨ ਚਲਾਇਆ ਗਿਆ ਸੀਗਾ, 21 FIR ਦਰਜ ਕੀਤੀਆਂ ਗਈਆਂ, ਜਿਹਦੇ 'ਚ NDPS ਐਕਟ ਦੀਆਂ FIRs ਆ, ਉਹਦੇ 'ਚ ਕਾਫੀ ਰਿਕਵਰੀਜ਼ ਹੋਈਆਂ। 3.5 ਕਿਲੋ ਤੋਂ ਉੱਪਰ ਓਪੀਅਮ ਰਿਕਵਰ ਹੋਈ, ਕੁਛ ਹੈਰੋਇਨ ਰਿਕਵਰ ਹੋਈ, 3 ਕਿਲੋ ਪੌਪੀ ਹਸਕ ਰਿਕਵਰ ਹੋਈ। ਮਤਲਬ ਕੇਸ ਬਾਈ ਕੇਸ ਸਮਾਲ ਕੁਆਂਟੀਟੀ ਸੀ, ਬਟ ਇਫੈਕਟਿਵ ਚੈਕਿੰਗ ਸੀਗੀ। ਸੋ ਇਹਦਾ ਕਾਫੀ ਵੱਡਾ ਡਿਟਰੈਂਟ ਇਫੈਕਟ ਜਿਹੜਾ ਉਹ ਦੇਖਣ ਦੇ ਵਿੱਚ ਮਿਲਿਆ। ਸੋ ਇਹ ਸਪੈਸ਼ਲ ਜਿਹੜੀ ਸਾਡੀ ਕੈਂਪੇਨ ਆ ਉਹ ਲਗਾਤਾਰ ਜਾਰੀ ਹੈ, ਔਰ ਸਪੈਸ਼ਲ ਆਪਰੇਸ਼ਨਸ, ਕੋਆਰਡੀਨੇਟ ਸਰਚ ਆਪਰੇਸ਼ਨਸ ਉਹ ਵੀ ਸਾਡੇ ਚੱਲ ਰਹੇ ਆ। ਸੋਮਵਾਰ ਨੂੰ ਹੋਏ ਡਰਾਮੇ ਤੋਂ ਬਾਅਦ ਮੰਗਲਵਾਰ ਨੂੰ ਇਸਲਾਮਾਬਾਦ ਪੁਲਿਸ ਅਤੇ ਰੇਂਜਰਸ ਕਮਾਂਡੋ ਇੱਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਹੌਰ ਸਥਿਤ ਘਰ ਪਹੁੰਚ ਗਏ। ਇਸ ਦੌਰਾਨ ਇਮਰਾਨ ਖਾਨ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਸਮਰਥਕਾਂ ਨੂੰ ਅਪੀਲ ਕੀਤੀ ਤੇ ਕਿਹਾ, ਤੁਹਾਡੇ ਨੇਤਾ ਦੀ ਜਾਨ ਨੂੰ ਖਤਰਾ ਹੈ, ਸਾਨੂੰ ਇਕਜੁੱਟ ਰਹਿਣਾ ਪਵੇਗਾ। ਪਾਰਟੀ ਤੇ ਸੋਸ਼ਲ ਮੀਡੀਆ ਤੇ ਕਿਹਾ ਕਿ ਜਲਦੀ ਤੋਂ ਜਲਦੀ ਲਾਹੌਰ ਦੇ ਜ਼ਮਾਨ ਪਾਰਕ ਸਥਿਤ ਖਾਨ ਸਾਹਿਬ ਦੇ ਘਰ ਪਹੁੰਚੋ। ਇਸ ਅਪੀਲ ਤੋਂ ਬਾਅਦ ਸਮਰਥਕ ਉੱਥੇ ਪਹੁੰਚੇ ਤੇ ਪੁਲਿਸ ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਬੀਤੇ ਦਿਨ ਤੂਫਾਨੀ ਨੋਟ ਨਾਲ ਸ਼ੁਰੂ ਹੋਇਆ, ਜਿੱਥੇ ਭਾਜਪਾ ਨੇਤਾਵਾਂ ਨੇ ਲੰਡਨ ਵਿੱਚ ਭਾਰਤ ਦੀ ਤਸਵੀਰ ਨੂੰ ਖਰਾਬ ਕਰਨ ਲਈ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਅਤੇ ਕਾਂਗਰਸ ਨੇ ਅਡਾਨੀ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਲੋਕ ਸਭਾ ਤੇ ਰਾਜ ਸਭਾ ਦੋਵਾਂ ਵਿੱਚ ਰਾਹੁਲ ਤੋਂ ਮੁਆਫੀ ਦੀ ਮੰਗ ਕੀਤੀ ਗਈ। ਇਸ ਦੌਰਾਨ ਦੂਜੇ ਦਿਨ ਵੀ ਸਦਨ ਵਿੱਚ ਹੰਗਾਮਾ ਹੋਇਆ। ਇਸ ਮਾਮਲੇ ਤੇ ਜਿੱਥੇ ਸੱਤਾਧਾਰੀ ਧਿਰ ਰਾਹੁਲ ਦੇ ਮੁਆਫੀਨਾਮੇ ਤੇ ਅੜੀ ਹੋਈ ਹੈ, ਉੱਥੇ ਕਾਂਗਰਸ ਇਸ ਨੂੰ ਬੇਤੁਕਾ ਦੱਸ ਰਹੀ ਹੈ। देश से बाहर जाकर आप देश को बदनाम करने का काम करते हो, भारत को दुनिया भर में बदनाम करने का काम करते हो। राहुल जी, आपको तुरंत वापस आकर सदन में, जहां देश से माफ़ी मांगनी चाहिए, सांसदों से, संसद से माफ़ी मांगनी चाहिए, वहीं पर देश की सीमा पर सैनिकों से माफ़ी मांगनी चाहिए, देश की महिलाओं से, मजदूरों से माफ़ी मांगनी चाहिए, देश के उस गरीब मजदूर से जो अपनी खून पसीना बहाकर देश को सींचता है, आगे बढ़ाता है, जिसके चरण धोकर मोदी जी उनका सम्मान करते हैं, और दूसरी ओर दुनिया के देशों में जाकर भारत का अपमान करने में लगते हो। करप्शन एक आर्ट, या आर्ट से करप्शन कैसे हो, ये आर्ट भी कांग्रेस और गांधी परिवार से सीखनी चाहिए। हमलावर हुए अनुराग ठाकुर पर कांग्रेस के कई नेताओं ने पलटवार किया। उनका कहना है कि वो माफी क्यों मांगे। जो कुछ उन्होंने विदेश में कहा उसे पूरा न रखे। उन्होंने तो भारत जोड़ो यात्रा के अनुभव साझा किए तो भारत की लोकतंत्र की तारीफ की थी। गलत बयानी करके अपने मालिक अडानी का मुद्दा न उठे, इसलिए सदन को अव्यवस्थित कर रहे हैं। और दूसरा, अनुराग ठाकुर की पीड़ा मैं समझ सकता हूं। उनकी होम स्टेट हिमाचल में इंदिरा गांधी की प्रतीक प्रतिस्वरूप इकलौती प्रियंका गांधी ने कार्यकर्ताओं के साथ हिमाचल प्रदेश की सरकार तब अपदस्थ कर दी, कांग्रेस की सरकार बनवा दी, जब प्रधानमंत्री ने डेरा डाल दिया था हिमाचल में। तो ये हार की कसक है जो प्रियंका गांधी पर अपना गुस्सा उतारा जा रहा है। सरकार खुद नहीं चलाना चाहते हैं हाउस। कल ऐसा नज़ारा कभी देखे हैं कि सरकार के मंत्रीगण, सरकार के सारे MP गण सब मतलब सदन को ठप करने के लिए किस तरीके से हंगामा किए हैं। तो ये पहली बार ये नज़ारा सबको देखने को मिलता है कि सदन को ठप कराने के लिए सबसे ज़्यादा शोर शराबा हंगामा मचाते हैं सत्तारूढ़ पार्टी खुद।
राहुल गांधी से जो माफी की बात की, क्यों माफी मांगेंगे? राहुल जी क्या क्या गुना की माफी मांगना है? माफी तो इन लोगों को मांगना चाहिए। और प्रियंका गांधी का नाम भी सर आ रहा है, तो ये करेगा साजिश, तो बढ़ते चलेंगे साजिश, कोई परवाह नहीं हमें। ਤੇ ਜ਼ਿਨਾਲੀ ਅਜੀਤ ਖਬਰਾਂ ਦੇ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।